हाँ जी, गुड मॉर्निंग स्टूडेंट्स। सो ਅੱਜ ਦੇ ਗੈਰੇਜ ਇਕਵਿਪਮੈਂਟ ਦੇ ਲੈਕਚਰ ਦੇ ਵਿੱਚ ਅਸੀਂ ਸਟੱਡੀ ਕਰਾਂਗੇ ਆਪਣੇ ਨੈਕਸਟ ਗੈਰੇਜ ਟੂਲਸ ਜਿਹੜੇ ਹੈਗੇ ਨੇ ਰਿਮਰਸ, ਸੋਲਡਰਿੰਗ ਟੂਲ, ਫਿਲਰ ਗੇਜ ਐਂਡ ਟੋਮੀ ਬਾਰ। ਸੋ ਅੱਜ ਅਸੀਂ ਚਾਰ ਟੂਲਸ ਬਾਰੇ ਸਟੱਡੀ ਕਰਾਂਗੇ। ਹਾਲੇ ਤੱਕ ਆਪਾਂ ਸਕਰੂ ਡਰਾਈਵਰਸ, ਉਹਦੀਆਂ ਟਾਈਪਸ, ਕਲਾਸੀਫਿਕੇਸ਼ਨ ਸਾਰੀਆਂ ਕਰ ਚੁੱਕੇ ਹਾਂ। ਸਪੈਨਰ, ਪਲਾਇਰਸ, ਹੈਮਰਸ, ਚੀਜ਼ਲ, ਹੈਕਸਾ, ਟਿਊਬ ਫਲੇਅਰਿੰਗ, ਟੈਪਸ ਐਂਡ ਡਾਈਜ਼, ਇਹ ਸਾਰੇ ਟੌਪਿਕ ਆਪਾਂ ਕਰ ਲਏ ਹੋਏ ਫਸਟ ਚੈਪਟਰ ਦੇ। ਸੋ ਜਿਹੜਾ ਸਾਡਾ ਅੱਜ ਦਾ ਸਭ ਤੋਂ ਫਸਟ ਟੌਪਿਕ ਹੈ, ਬਹੁਤ ਛੋਟਾ ਜਿਹਾ ਟੌਪਿਕ ਹੈ ਤੇ ਬਹੁਤ ਛੋਟਾ ਜਿਹਾ ਟੂਲ ਹੈ ਜਿਹਦਾ ਨਾਮ ਹੈ ਫਿਲਰ ਗੇਜ। ਸੋ ਕਾਹਦੇ ਲਈ ਯੂਜ਼ ਕਰਦੇ ਹਾਂ ਆਪਾਂ ਫਿਲਰ ਗੇਜ? ਫਿਲਰ ਗੇਜ ਇਜ਼ ਅ ਪ੍ਰੈਸੀਜਨ ਮੈਜਰਿੰਗ ਟੂਲ ਮੇਡ ਫਰੋਮ ਟਾਈਟ ਟੋਲਰੈਂਸ ਹਾਈ ਕਾਰਬਨ ਸਟੀਲ ਮਟੀਰੀਅਲ to check spacing and gaps of dies or any machinery during setup on repair. In addition, filler gauge is used to measure critical clearance of manufactured components. So simple याद रखना, जे तुहानू कोई पूछे ਫਿਲਰ ਗੇਜ ਕਾਹਦੇ ਲਈ ਯੂਜ਼ ਹੁੰਦੀ ਆ, ਫਿਲਰ ਗੇਜ ਯੂਜ਼ ਹੁੰਦੀ ਆ ਕੋਈ ਵੀ ਗੈਪ ਮੇਜਰ ਕਰਨ। ਬਹੁਤ ਛੋਟੇ ਜਿਹੜੇ ਗੈਪਸ ਹੈਗੇ ਆ, ਕੋਈ ਦੋ ਚੀਜ਼ਾਂ ਦੇ ਵਿਚਲਾ ਜਿਹੜਾ ਗੈਪ ਹੈਗਾ, ਬਹੁਤ ਸਮਾਲ ਗੈਪ, ਠੀਕ ਆ, ਉਹਨੂੰ ਮੇਜਰ ਕਰਨ ਦੇ ਲਈ ਆਪਾਂ ਫਿਲਰ ਗੇਜ ਦਾ ਯੂਜ਼ ਕਰਦੇ ਹਾਂ। ਠੀਕ ਹੈ, ਸੋ ਹਮੇਸ਼ਾ ਯਾਦ ਰੱਖਣਾ, ਵੈਰੀ ਸਮਾਲ ਗੈਪਸ ਆਰ ਮੇਜਰਡ ਵਿਦ ਦੀ ਹੈਲਪ ਆਫ ਫਿਲਰ ਗੇਜ। ਸੋ ਆ ਤੁਸੀਂ ਦੇਖੋ, ਇਹ ਹੈਗੀ ਆ ਇੱਕ ਤੁਹਾਡੀ ਫਿਲਰ ਗੇਜ, ਬਹੁਤ ਛੋਟਾ ਜਿਹਾ ਟੂਲ ਆ, ਇੱਕ ਨਾਈਫ ਦੀ ਤਰ੍ਹਾਂ ਹੁੰਦਾ ਆ। ਇਹਦੇ ਵਿੱਚ ਡਿਫਰੈਂਟ ਸਟ੍ਰਿਪਸ ਲੱਗੀਆਂ ਹੁੰਦੀਆਂ, ਪੱਤੀਆਂ ਲੱਗੀਆਂ ਹੁੰਦੀਆਂ ਅਲੱਗ-ਅਲੱਗ ਥਿਕਨੈਸ ਦੀਆਂ, ਮੋਟਾਈ ਦੀਆਂ। ਠੀਕ ਹੈ, ਜਿਸ ਤਰ੍ਹਾਂ ਇਹਦੇ ਉੱਪਰ ਲਿਖਿਆ ਹੋਇਆ 0.60 mm, ਯਾਨੀ ਕਿ ਇਸ ਪੱਤੀ ਦੀ ਜਿਹੜੀ ਥਿਕਨੈਸ ਆ, ਸਟ੍ਰਿਪ ਦੀ ਥਿਕਨੈਸ ਆ, ਉਹ 0.60 mm ਆ। ਇਸੇ ਤਰ੍ਹਾਂ ਤੁਸੀਂ ਆਹ ਦੇਖ ਸਕਦੇ ਹੋ 0.06, 010, 15, 20, 30, 35, 40, 50। ਸੋ ਇਹ ਜਿਹੜੀ ਫਿਲਰ ਗੇਜ ਆ, ਇਹ 0.06 ਤੋਂ ਲੈ ਕੇ 0.60 ਤੱਕ, ਯਾਨੀ ਕਿ 0.6 mm ਤੋਂ ਲੈ ਕੇ 0.60 mm ਤੱਕ ਇਹ ਫਿਲਰ ਗੇਜ ਯੂਜ਼ ਕਰ ਸਕਦੇ ਹਾਂ ਆਪਾਂ ਥਿਕਨੈਸ ਲਈ। ਸੋ ਕੁਝ ਵੀ ਨਹੀਂ ਹੈਗਾ, ਸਿੰਪਲ ਆ, ਜਿਹੜੀਆਂ ਸਟ੍ਰਿਪਸ ਆ ਇਹਨਾਂ ਦੀ ਥਿਕਨੈਸ ਇੱਕ ਦਿੱਤੀ ਹੋਈ ਆ, ਉਹਦੇ ਉੱਪਰ ਲਿਖੀ ਹੁੰਦੀ ਆ। ਸੋ ਆਪਾਂ ਇਸ ਫਿਲਰ ਗੇਜ ਨੂੰ ਜਿੱਥੇ ਗੈਪ ਮੇਜਰ ਕਰਨਾ ਉਹਦੇ ਵਿੱਚ ਇਨਸਰਟ ਕਰਕੇ ਦੇਖਣਾ ਆ। ਜੇ ਤਾਂ ਪ੍ਰੋਪਰ ਬਹੁਤੀ ਨਾ ਲੂਜ਼ ਆ ਨਾ ਬਹੁਤੀ ਟਾਈਟ ਆ, ਯਾਨੀ ਕਿ ਸਾਡਾ ਗੈਪ ਉਨਾ ਹੈਗਾ। ਫੋਰ ਐਗਜ਼ਾਮਪਲ ਆਪਾਂ ਕਿਸੇ ਪਿਸਟਨ ਤੇ ਵਾਲਵ ਦੇ ਵਿੱਚ, ਸੌਰੀ ਪਿਸਟਨ ਐਂਡ ਉਹਦੀ ਵਾਲ, ਸਿਲੰਡਰ ਵਾਲਸ ਦੇ ਵਿਚਲਾ ਗੈਪ ਮੇਜਰ ਕਰਨਾ ਹੋਵੇ, ਉਹਦੇ ਲਈ ਆਪਾਂ ਫਿਲਰ ਗੇਜ ਨੂੰ ਯੂਜ਼ ਕਰਦੇ ਹਾਂ। ਆਪਾਂ ਸਿੰਪਲੀ ਆਹ ਪੱਤੀ ਇਨਸਰਟ ਕਰਨੀ ਹੈ ਵਿੱਚ, ਤੇ ਜਿਹੜੀ ਪੱਤੀ ਸਾਨੂੰ ਲੱਗਾ ਕਿ ਬਿਲਕੁਲ ਐਕੂਰੇਟ ਫਿਟ ਹੋ ਰਹੀ ਆ, ਉਹ ਸਾਡਾ ਗੈਪ ਆ ਜਾਏਗਾ। ਠੀਕ ਹੈ, ਸੋ ਇਹ ਹੋ ਗਈ ਤੁਹਾਡੀ ਫਿਲਰ ਗੇਜ। ਨੈਕਸਟ ਜਿਹੜਾ ਮੇਰਾ ਟੂਲ ਹੈਗਾ, ਦੈਟ ਇਜ਼ ਰਿਮਰ। ਰਿਮਰ ਕਾਹਦੇ ਲਈ ਯੂਜ਼ ਕਰਦੇ ਆ? ਰਿਮਰ ਆਪਾਂ ਯੂਜ਼ ਕਰਦੇ ਆ, ਕੋਈ ਸਾਡੇ ਕੋਲ ਹੋਲ ਹੈਗਾ, ਪਹਿਲਾਂ ਇੱਕ ਲੋਹੇ ਦਾ ਬਾਰ ਹੈਗਾ, ਲੋਹੇ ਦਾ ਪੀਸ ਆ, ਉਹਦੇ ਵਿੱਚ ਆਪਾਂ ਇੱਕ ਹੋਲ ਕੀਤਾ ਹੋਇਆ ਡਰਿਲਿੰਗ ਦੇ ਨਾਲ, ਡਰਿਲ ਦੇ ਨਾਲ ਹੋਲ ਕੀਤਾ ਹੋਇਆ, ਲੇਕਿਨ ਆਪਾਂ ਉਸ ਹੋਲ ਨੂੰ, ਉਸ ਸ਼ੇਕ ਨੂੰ ਥੋੜਾ ਵੱਡਾ ਕਰਨਾ ਚਾਹੁੰਦੇ ਆ। ਫਿਰ ਆਪਾਂ ਕੀ ਯੂਜ਼ ਕਰਦੇ ਆ? ਆਪਾਂ ਰਿਮਰ ਯੂਜ਼ ਕਰਦੇ ਆ। ਠੀਕ ਹੈ, ਆਹ ਰਿਮਰ ਟੂਲ ਹੈਗਾ, ਉਹਦੀ ਬੋਡੀ ਆ, ਆਹ ਟਿਪ ਹੈਗੀ ਆ। ਸੋ ਆਪਾਂ ਉਸ ਹੋਲ ਨੂੰ ਜਦੋਂ ਇਨਕਰੀਜ਼ ਕਰਨਾ ਹੈ, ਉਹਨੂੰ ਥੋੜਾ ਇਨਲਾਰਜ ਕਰਨਾ, ਪਲੱਸ ਅੰਦਰੋਂ ਸਰਫੇਸ ਫਿਨਿਸ਼ ਕਰਨੀ ਆ, ਆਪਾਂ ਰਿਮਰਸ ਦਾ ਯੂਜ਼ ਕਰਦੇ ਹਾਂ। So what is rimmer? Rimmer is a rotatory cutting tool of cylindrical or conical shape used for enlarging and finishing to accurate dimensions holes that have been drilled, bored or a code. A rimmer cannot be used to originate a hole. ਆਪਾਂ ਰਿਮਰ ਦੇ ਨਾਲ ਸ਼ੇਕ ਨਵੇਂ ਸਿਰੇ ਤੋਂ ਸ਼ੇਕ ਨਹੀਂ ਕਰ ਸਕਦੇ, ਹੋਲ ਨਹੀਂ ਕਰ ਸਕਦੇ, ਲੇਕਿਨ ਜਿਹੜਾ ਪਹਿਲਾਂ ਹੋਲ ਹੋਇਆ, ਮੰਨ ਲਓ ਇੱਕ ਐਗਜ਼ਾਮਪਲ ਲੈ ਲਓ ਕਿ ਇੱਕ ਹੋਲ ਆਪਾਂ ਡਰਿਲ ਦੇ ਨਾਲ ਕੀਤਾ 5 mm ਦਾ। ਠੀਕ ਹੈ, 5 mm ਦੀ ਡਰਿਲ ਦੇ ਨਾਲ ਆਪਾਂ ਇੱਕ ਹੋਲ ਕੀਤਾ, ਬਟ ਉਹਦੀ ਜਿਹੜੀ ਐਕੂਰੇਸੀ 5 mm ਤੱਕ ਕਿਹਦੇ ਨਾਲ ਆਏਗੀ? ਪਲੱਸ ਅੰਦਰੋਂ ਜਿਹੜੀ ਸਰਫੇਸ ਫਿਨਿਸ਼ ਹੋਏਗੀ, ਉਹ ਕਿਹਦੇ ਨਾਲ ਹੋਏਗੀ? ਰਿਮਰ ਦੇ ਨਾਲ ਹੋਏਗੀ। ਆਪਾਂ 5.1 ਦਾ ਰਿਮਰ ਉਹਦੇ ਵਿੱਚ ਯੂਜ਼ ਕਰਾਂਗੇ ਤਾਂ ਸਾਡੀ ਅੰਦਰੋਂ ਜਿਹੜੀ ਸਰਫੇਸ ਹੈਗੀ ਆ ਬਿਲਕੁਲ ਸਾਫ਼ ਹੋ ਜਾਏਗੀ, ਪਲੱਸ ਜਿਹੜੀ ਡਾਇਮੈਂਸ਼ਨ ਆ ਹੋਲ ਦੀ, ਉਹ ਬਿਲਕੁਲ ਡਾਇਆ ਐਕੂਰੇਟ ਆ ਜਾਏਗਾ। ਸੋ ਇਹ ਸੀਗਾ ਤੁਹਾਡਾ ਰਿਮਰ। ਰਿਮਰ ਮੋਸਟਲੀ ਯੂਜ਼ ਕਰਦੇ ਆ ਜਿਹੜੇ ਸਿਲੰਡਰ, ਜਿਹੜੇ ਆਪਣੇ ਬਾਈਕਸ ਜਾਂ ਕਾਰ ਦੇ ਸਿਲੰਡਰ ਆ, ਉਹਨਾਂ ਨੂੰ ਜਦੋਂ ਕਾਫੀ ਲੰਬੇ ਟਾਈਮ ਬਾਅਦ ਚੱਲ ਜਾਂਦੇ ਆ, ਤੇ ਉਹਦੇ ਸਿਲੰਡਰ ਨੂੰ ਵੱਡਾ ਕਰਨ ਦੇ ਲਈ ਆਪਾਂ ਫਿਰ ਰਿਮਰਸ ਨੂੰ ਯੂਜ਼ ਕਰਦੇ ਹਾਂ। ਹਾਂਜੀ, ਨੈਕਸਟ ਜਿਹੜਾ ਟੂਲ ਹੈ ਬੇਟਾ, ਦੈਟ ਇਜ਼ ਟੋਮੀ ਬਾਰ। ਠੀਕ ਹੈ, ਬਹੁਤ ਸਿੰਪਲ ਜਿਹਾ ਟੂਲ ਆ,
ਸਿਰਫ ਇੱਕ ਹੀ ਡੈਫੀਨੇਸ਼ਨ ਹੈ ਦੀ, ਇਹ ਸ਼ਾਰਟ ਬਾਰ ਯੂਜ਼ ਟੂ ਟਰਨ ਏ ਬਾਕਸ ਸਪੈਨਰ। ਆ ਹੈਗੇ ਤੁਹਾਡੇ ਸਪੈਨਰ। ਆ ਜਿਹੜੀ ਰੋਡ ਹੁੰਦੀ ਹੈ ਇਹ ਹੁੰਦੀ ਹੈ ਟੋਮੀ ਬਾਰ। ਦਿਸ ਰੋਡ ਇਜ਼ ਕਾਲਡ ਟੋਮੀ ਬਾਰ। ਆ ਜਿਹੜੀ ਰੋਡ ਆ, ਠੀਕ ਹੈ, ਕਾਸਟ ਆਇਰਨ ਦੀ ਬਣੀ ਹੁੰਦੀ ਆ। ਜਿਹੜਾ ਰਿਮਰ ਆ ਤੁਹਾਡਾ ਹਾਈ ਸਪੀਡ ਸਟੀਲ ਦਾ ਬਣਿਆ ਹੁੰਦਾ ਹੈ। ਰੋਡ ਜਿਹੜੀ ਹੈਗੀ ਕਾਸਟ ਆਇਰਨ ਦੀ ਬਣੀ ਹੁੰਦੀ ਆ। ਕਦ ਲਈ ਯੂਜ਼ ਕਰਦੇ ਆ? ਕਿਸੇ ਵੀ ਸਪੈਨਰ ਨੂੰ ਰੋਟੇਟ ਕਰਨ ਦੇ ਲਈ। ਠੀਕ ਹੈ, ਸਿੰਪਲ ਇਹਦਾ ਇਹੀ ਕੰਮ ਹੈ। ਸੋ ਦਿਸ ਇਜ਼ ਯੂਅਰ ਟੋਮੀ ਬਾਰ। ਹਾਂਜੀ, ਤੇ ਜਿਹੜਾ ਨੈਕਸਟ ਬੇਟਾ ਟੂਲ ਹੈਗਾ ਦੈਟ ਇਜ਼ ਸੋਲਡਰਿੰਗ। ਪਹਿਲਾਂ ਤਾਂ ਸੋਲਡਰਿੰਗ ਕੀ ਹੁੰਦੀ ਆ ਤੇ ਸੋਲਡਰਿੰਗ ਆਪਾਂ ਕਿਉਂ ਕਰਦੇ ਆ, ਕਿਹੜਾ ਮਟੀਰੀਅਲ ਯੂਜ਼ ਹੁੰਦਾ ਹੈ, ਸਾਰਾ ਕੁਝ ਆਪਾਂ ਸਟੱਡੀ ਕਰਾਂਗੇ। ਸੋ what is soldering? Soldering is a joining process used to join different type of metals together by melting solder. Solder is a metal alloy usually made of tin and lead, which is melted using a hot iron. The iron is heated to temperature above 600 degrees Fahrenheit, which then cools to create a strong electric bond. So soldering ਕੀ ਆ? ਸੋਲਡਰਿੰਗ ਪ੍ਰੋਸੈਸ ਕੀ ਆ? ਦੋ ਡਿਫਰੈਂਟ ਟਾਈਪ ਦੀ ਮੈਟਲਸ ਨੂੰ ਜੁਆਇਨ ਕਰਨ ਨੂੰ ਸੋਲਡਰਿੰਗ ਪ੍ਰੋਸੈਸ ਕਹਿੰਦੇ ਆ। ਠੀਕ ਹੈ, ਜਿਸ ਤਰ੍ਹਾਂ ਵੈਲਡਿੰਗ ਆ, ਵੈਲਡਿੰਗ ਦੇ ਵਿੱਚ ਆਪਾਂ ਸਿਮਿਲਰ ਟਾਈਪ ਦੀ ਮੈਟਲਸ ਨੂੰ ਜੁਆਇਨ ਕਰ ਸਕਦੇ ਹਾਂ। ਜਿਸ ਤਰ੍ਹਾਂ ਵੈਲਡਿੰਗ ਆਪਾਂ ਲੋਹੇ ਦੀ ਕਰਦੇ ਪਏ ਤਾਂ ਦੋ ਤਰ੍ਹਾਂ ਦੇ ਲੋਹੇ ਨੂੰ ਆਪਾਂ ਜੁਆਇਨ ਕਰ ਸਕਦੇ ਹਾਂ ਵਿਦ ਹੈਲਪ ਆਫ ਵੈਲਡਿੰਗ। ਬਟ ਅਗਰ ਇੱਕ ਪਾਸੇ ਕਾਪਰ ਆ ਇੱਕ ਪਾਸੇ ਆਇਰਨ ਆ, ਉਹਦੇ ਲਈ ਫਿਰ ਆਪਾਂ ਨੂੰ ਸੋਲਡਰਿੰਗ ਯੂਜ਼ ਕਰਨੀ ਪਏਗੀ। ਸੋ ਦੋ ਡਿਫਰੈਂਟ ਟਾਈਪ ਦੇ ਮੈਟਲਸ ਨੂੰ ਜੁਆਇਨ ਕਰਨ ਦੇ ਪ੍ਰੋਸੈਸ ਨੂੰ ਸੋਲਡਰਿੰਗ ਕਹਿੰਦੇ ਆ। ਜਿਹੜਾ ਸੋਲਡਰ ਹੁੰਦਾ, ਸੋਲਡਰ ਕੀ ਹੁੰਦਾ ਹੈ? ਹੁਣ ਜਿਹੜੀ ਵਾਇਰ ਆਪਾਂ ਯੂਜ਼ ਕਰਦੇ ਹਾਂ, ਜਿਹਨੂੰ ਮੈਲਟ ਕਰਕੇ ਆਪਾਂ ਜੁਆਇੰਟ ਬਣਾਉਣਾ ਹੈ, ਉਹ ਕਾਹਦਾ ਬਣਿਆ ਹੁੰਦਾ ਹੈ? ਟਿਨ ਐਂਡ ਲੈਡ ਦਾ। ਦੋ ਤਰ੍ਹਾਂ ਦੇ ਮਟੀਰੀਅਲ ਦਾ ਬਣਿਆ ਹੁੰਦਾ, ਟਿਨ ਐਂਡ ਲੈਡ। ਉਸ ਤੋਂ ਬਾਅਦ ਅਸੀਂ ਉਸ ਵਾਇਰ, ਜਿਹੜੀ ਸੋਲਡਰ ਵਾਇਰ ਆ, ਉਹਨੂੰ ਆਪਾਂ ਗਰਮ ਕਰਨਾ ਹੈ। ਗਰਮ ਕਰਕੇ ਮੈਲਟ ਕਰਨਾ ਹੈ ਤਾਂ ਜਿੱਥੇ ਲਗਾਉਣਾ ਹੈ ਉੱਥੇ ਉਹਦੇ ਆਪਸ ਦੇ ਵਿੱਚ ਜੁਆਇੰਟ ਬਣ ਜਾਣਾ ਕੂਲ ਡਾਊਨ ਹੋਣ ਤੋਂ ਬਾਅਦ। ਸਾਰਿਆਂ ਨੇ ਦੇਖੀ ਹੋਣੀ ਆ, ਜਿੰਨੇ ਇਲੈਕਟ੍ਰਿਕ ਸਰਕਟ ਹੈਗੇ ਆ ਉਹਨਾਂ ਦੇ ਉੱਪਰ ਸੋਲਡਰਿੰਗ ਕੀਤੀ ਹੁੰਦੀ ਆ। ਸੋਲਡਰਿੰਗ ਕਰਦੇ ਤੁਸੀਂ ਦੇਖੇ ਹੀ ਹੋਣੇ ਆ। ਆ ਇੱਕ ਸਿੰਪਲ ਸੋਲਡਰਿੰਗ ਦੀ ਡਾਇਗਰਾਮ ਆ। ਸੋਲਡਰ ਆ ਤੁਹਾਡਾ, ਇਹਨੂੰ ਕਹਿੰਦੇ ਆ ਸੋਲਡਰ। ਆ ਉਹਦੀ ਟਿਪ ਹੈਗੀ ਆ, ਠੀਕ ਹੈ। ਟਿਪ ਦੇ ਉੱਪਰ ਆਪਾਂ ਸੋਲਡਰ ਨੂੰ ਲਗਾਉਣਾ, ਜਿਹੜੀ ਇਹਦੇ ਨਾਲ ਬਿਲਕੁਲ ਬਰੀਕ ਜੀ ਵਾਇਰ ਮਿਲਦੀ ਆ, ਉਹਨੇ ਮੈਲਟ, ਇਹਨੇ ਹੀਟ ਹੋਣਾ ਹੈ, ਇੱਕ ਹੀਟਰ ਆ ਇਹ। ਆਪਾਂ ਫਿਰ ਉਸ ਵਾਇਰ ਨੂੰ ਇਹਦੇ ਨਾਲ ਮੈਲਟ ਕਰਨਾ ਹੈ ਤੇ ਜਿੱਥੇ ਜੁਆਇੰਟ ਕਰਨਾ ਹੈ ਉੱਥੇ ਲਗਾ ਦੇਣਾ ਹੈ। ਠੀਕ ਹੈ ਜੀ। ਸੋ ਦਿਸ ਇਜ਼ ਹੀਟਿੰਗ ਐਲੀਮੈਂਟ। ਆ ਹੁੰਦੀ ਆ ਕਾਪਰ ਬਿਟ। ਆ ਹੁੰਦਾ ਹੈ ਇਨਸੂਲੇਟਿੰਗ ਹੈਂਡਲ। ਆ ਹੁੰਦਾ ਹੈ ਪਲੱਗ। ਠੀਕ ਹੈ ਜੀ। ਜਿਹੜੀ ਟਿਪ ਹੁੰਦੀ ਆ ਉਹ ਕਾਪਰ ਦੀ ਹੁੰਦੀ ਆ। ਸੋ ਵਟ ਮਟੀਰੀਅਲ ਆਰ ਯੂਜ਼ਡ? ਸੋ ਫਿਲਰ ਮੈਟਲ, ਜਿਹੜੀ ਆਪਾਂ ਨਾਲ ਇਹਦੇ ਵਾਇਰ ਯੂਜ਼ ਕਰਦੇ ਹਾਂ, ਜਿਹੜੀ ਆਪਾਂ ਸਿਲਵਰ ਕਲਰ ਦੀ, ਲੈਡ ਜਾਂ ਟਿਨ ਦੀ ਹੁੰਦੀ ਆ। ਕਿਹੜੇ ਮਟੀਰੀਅਲ ਕਿਹੜਾ ਹੁੰਦਾ ਉਹਦੇ ਵਿੱਚ? ਬੇਸਿਕਲੀ ਫਿਲਰ ਮੈਟਲ ਯੂਜ਼ਡ ਇਨ ਸੋਲਡਰਿੰਗ ਵਨਸ ਲੈਡ ਬੇਸਡ। ਠੀਕ ਹੈ, ਮੋਸਟਲੀ ਲੈਡ ਦੀਆਂ ਯੂਜ਼ ਹੁੰਦੀਆਂ ਸੀ। ਬਟ ਅੱਜ ਕੱਲ੍ਹ ਕਿਹੜੀ ਯੂਜ਼ ਹੁੰਦੀ ਆ? ਅੱਜ ਕੱਲ੍ਹ ਐਂਟੀਮਨੀ, ਬਿਸਮਥ, ਬਰਾਸ, ਕਾਪਰ, ਈਡੀਅਮ, ਸਿਲਵਰ, ਸਾਰੀ ਤਰ੍ਹਾਂ ਦੀਆਂ ਯੂਜ਼ ਹੋਣ ਲੱਗ ਪਈਆਂ। ਬਟ ਮੋਸਟਲੀ ਜਿਹੜੀ ਹਾਲੇ ਵੀ ਯੂਜ਼ ਹੁੰਦੀ ਆ ਟਿਨ ਐਂਡ ਲੈਡ ਦੀ ਯੂਜ਼ ਹੁੰਦੀ ਆ। Which flux can be used for soldering? Occasionally at the site of joint there are impurities such as oil, dirt or oxidation. The flux help prevent oxidation and can sometimes chemically clean the metal. The flux used is rosin flux, which help the mechanical strength and electrical contact of electrical joint. ਸੋ ਫਲਕਸ ਕਿਹਨੂੰ ਕਹਿੰਦੇ ਆ? ਜਿਹੜਾ ਮਟੀਰੀਅਲ ਆਪਾਂ ਯੂਜ਼ ਕਰਨਾ, ਜਿਹੜੀ ਮਟੀਰੀਅਲ ਦੀ ਵਾਇਰ ਯੂਜ਼ ਕਰਨੀ, ਜਿਹਨੂੰ ਆਪਾਂ ਮੈਲਟ ਕਰਕੇ ਪਿਘਲਾ ਕੇ ਉਸ ਜੁਆਇੰਟ ਦੇ ਉੱਪਰ ਲਗਾਉਣਾ ਆ, ਉਹ ਜਦੋਂ ਮੈਲਟ ਹੋ ਜਾਂਦਾ ਮਟੀਰੀਅਲ, ਉਹਨੂੰ ਆਪਾਂ ਕਹਿੰਦੇ ਆ ਫਲਕਸ। ਠੀਕ ਹੈ, ਉਹ ਫਲਕਸ ਕੀ ਕਰਦੀ ਆ? ਫਿਰ ਜੇ ਕੋਈ ਇੰਪਿਉਰਿਟੀ ਹੋਵੇ ਉਹਨੂੰ ਰਿਮੂਵ ਕਰ ਦਿੰਦੀ ਆ, ਪਲੱਸ ਜਿਹੜਾ ਜੁਆਇੰਟ ਹੈਗਾ ਆ ਉਹਨੂੰ ਬਹੁਤ ਸਟਰੋਂਗ ਬਣਾ ਦਿੰਦੀ ਆ। ਠੀਕ ਹੈ ਜੀ। ਸੋ ਇਹ ਸੀਗੀ ਤੁਹਾਡੀ ਸੋਲਡਰਿੰਗ। ਠੀਕ ਹੈ ਜੀ। ਬਾਕੀ ਸੋਲਡਰਿੰਗ ਦੋ ਤਰ੍ਹਾਂ ਦੀ ਹੁੰਦੀ ਆ, ਸੌਫਟ ਸੋਲਡਰਿੰਗ ਐਂਡ ਹਾਰਡ ਸੋਲਡਰਿੰਗ। ਠੀਕ ਹੈ ਜੀ। ਹਾਰਡ ਸੋਲਡਰਿੰਗ ਆਪਾਂ ਬਹੁਤ ਘੱਟ ਯੂਜ਼ ਕਰਦੇ ਹਾਂ। ਆਪਾਂ ਮੋਸਟਲੀ ਸੌਫਟ ਸੋਲਡਰਿੰਗ ਹੀ ਯੂਜ਼ ਕਰਦੇ ਹਾਂ, ਜਿਹੜੀ ਆਪਾਂ ਇਲੈਕਟ੍ਰੀਕਲ ਸਰਕਟਸ ਵਗੈਰਾ ਜੋੜਦੇ ਹਾਂ। ਠੀਕ ਹੈ। ਸੋ ਜਿਹੜਾ ਸੋਲਡਰ ਬਣਿਆ ਹੁੰਦਾ ਮੋਸਟਲੀ ਟਿਨ ਐਂਡ ਲੈਡ ਤੋਂ ਬਣਿਆ ਹੁੰਦਾ ਹੈ, ਇਹ ਯਾਦ ਰੱਖਣਾ ਹੈ। ਹੁਣ ਇਹਦੀ ਗੱਲ ਕਰੀਏ ਐਪਲੀਕੇਸ਼ਨਸ ਕਿੱਥੇ ਕਿੱਥੇ ਯੂਜ਼ ਹੁੰਦਾ ਹੈ ਸੋਲਡਰਿੰਗ। ਸੋਲਡਰਿੰਗ ਯੂਜ਼ ਹੁੰਦੀ ਹੈ ਕਨੈਕਸ਼ਨ ਇਨ ਵਾਇਰਲੈਸ ਐਟ ਰੇਡੀਓ, ਟੀਵੀ ਐਕਸੈਟਰਾ, ਵਾਇਰਿੰਗ ਜੁਆਇੰਟ, ਪੀਸੀਬੀ ਪ੍ਰਿੰਟਡ ਸਰਕਟ ਬੋਰਡ, ਜਿੱਦਾਂ ਸਾਡਾ ਮਦਰ ਬੋਰਡ ਹੁੰਦਾ ਆ, ਫੋਨ ਦੀ ਰੈਮ ਹੁੰਦੀ ਆ, ਪੀਸੀ ਦੀ ਰੈਮ ਹੁੰਦੀ ਆ, ਉਹ ਪੀਸੀਬੀ ਹੁੰਦਾ, ਪ੍ਰਿੰਟਡ ਸਰਕਟ ਬੋਰਡ। ਠੀਕ ਹੈ ਜੀ। ਸੋ ਉਹ ਸਾਰੀਆਂ ਜਗ੍ਹਾ ਤੇ ਆਪਾਂ ਸੋਲਡਰਿੰਗ ਨੂੰ ਯੂਜ਼ ਕਰਦੇ ਹਾਂ। ਸੋ ਇਹ ਸੀਗਾ ਤੁਹਾਡਾ ਅੱਜ ਦਾ ਲੈਕਚਰ।
ਤੇ ਨੈਕਸਟ ਲੈਕਚਰ ਦੇ ਵਿੱਚ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਵਿਚ ਇਜ਼ ਵਰਨੀਅਰ ਗੇਜ ਐਂਡ ਮਾਈਕਰੋਮੀਟਰ ਐਂਡ ਲਾਸਟ ਟੌਪਿਕ ਰਹਿ ਗਿਆ ਤੁਹਾਡਾ ਨਟ ਰਨਰ। ਸੋ ਇਸ ਦੋ ਟੌਪਿਕਸ ਦੇ ਨਾਲ ਸਾਡਾ ਫਸਟ ਚੈਪਟਰ ਕੰਪਲੀਟ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਸੈਕੰਡ ਚੈਪਟਰ ਸਟਾਰਟ ਕਰਾਂਗੇ।